ਇਤਿਹਾਸ ਗਵਾਹ ਹੈ ਕਿ 15ਵੀਂ 16ਵੀਂ ਸਦੀ ਵਿੱਚ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਇੱਕ ਮਹਾਨ ਕ੍ਰਾਂਤੀਕਾਰੀ, ਯੁੱਗ ਪਲਟਾਊ, ਚਿੰਤਕ ਤੇ ਦੱਬੀਆਂ ਕੁਚਲੀਆਂ ਕੌਮਾਂ ਦੇ ਮਸੀਹਾ ਬਣ ਕੇ ਇਸ ਧਰਤੀ ਤੇ ਆਏ। ਉਨ੍ਹਾਂ ਨੇ ਸਭ ਨੂੰ ਇੱਕ ਪਰਮੇਸ਼ਵਰ ਦੀ ਭਗਤੀ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਰਵਿਦਾਸ ਜੀ ਦੇ ਸੰਘਰਸ਼ ਦੀ ਬਦੌਲਤ ਹੀ ਅੱਜ ਭਾਰਤ ਦਾ ਹਰ ਇੱਕ ਮਨੁੱਖ ਬਰਾਬਰਤਾ ਦਾ ਨਿੱਘ ਮਾਣ ਰਿਹਾ ਹੈ, ਜਿਨ੍ਹਾਂ ਨੇ ਗੁਲਾਮ ਵਿਵਸਥਾ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਹਾ, ਪ੍ਰਾਧੀਨਤਾ ਪਾਪ ਹੈ, ਜਾਨ ਲਿਹੋ ਰੇ ਮੀਤ, ਰਵਿਦਾਸ दास प्राधीन से कौन करे है प्रीत। गुरु रविदास जी ने अपने जीवन काल के दौरान बहुत सारियां यात्रावां कीतियां। वो जिथे भी जांदे उत्थे दे भुल्ले भटके लोकां नूं अपने विचारां नाल जागृत करते ते परमात्मा दे नाम दा सच्चा संदेश दे के सिद्धे राही पाउंदे। गुरु जी दियां इन्हां यात्रावां दे बहुत सारे किस्से ਸਾਖੀਆਂ ਦੇ ਰੂਪ ਵਿੱਚ ਪ੍ਰਚਲਿਤ ਨੇ। ਅਜਿਹੀ ਹੀ ਇੱਕ ਸਾਖੀ ਹੈ ਜੋ ਦਿੱਲੀ ਦੇ ਬਾਦਸ਼ਾਹ ਸਿਕੰਦਰ ਲੋਧੀ ਨਾਲ ਮੁਲਾਕਾਤ ਸਮੇਂ ਵਾਪਰੀ। ਸਿਕੰਦਰ ਲੋਧੀ ਆਪਣੇ ਪਿਤਾ ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਕੇ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੋਇਆ। ਸਿਕੰਦਰ ਲੋਧੀ ਇੱਕ ਬਹੁਤ ਹੀ ਖੁੰਖਾਰ ਸ਼ਾਸਕ ਸੀ। ਉਸ ਦੇ ਰਾਜ ਵਿੱਚ ਪ੍ਰਜਾ ਦੇ ਅਧਿਕਾਰਾਂ ਦੀ ਸ਼ਰੇਆਮ ਲੁੱਟ ਕੀਤੀ ਜਾਂਦੀ ਸੀ। ਦੇਸ਼ ਵਿੱਚ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਪੱਧਰ ਤੇ ਅਸ਼ਾਂਤੀ ਸੀ। ਜਾਤ-ਪਾਤ, ਊਚ-ਨੀਚ ਤੇ ਅਤਿਆਚਾਰ ਆਪਣੀ ਚਰਮ ਸੀਮਾ ਤੇ ਸਨ। ਸਤਿਗੁਰੂ ਰਵਿਦਾਸ ਜੀ ਨੇ ਜਦੋਂ ਇਹ ਸਮਾਜਿਕ ਅਸਮਾਨਤਾ, ਜਾਤ ਧਰਮ ਤੇ ਅਮੀਰੀ ਗਰੀਬੀ ਦਾ ਪਾੜਾ ਵੇਖਿਆ ਤਾਂ ਉਹ ਬਹੁਤ ਦੁਖੀ ਹੋਏ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਨ੍ਹਾਂ ਸਭ ਕੁਰੀਤੀਆਂ ਦਾ ਸਖਤ ਖੰਡਨ ਕੀਤਾ। ਗੁਰੂ ਜੀ ਅਨੁਸਾਰ ਜਦੋਂ ਪ੍ਰਭੂ ਦੇ ਘਰ ਵਿੱਚ ਹੀ ਕੋਈ ਜਾਤ-ਪਾਤ ਤੇ ਊਚ-ਨੀਚ ਨਹੀਂ ਹੈ ਤਾਂ ਉਸ ਦੀ ਬਣਾਈ ਹੋਈ ਖਲਕਤ ਕਿਉਂ ਆਪਸ ਵਿੱਚ ਵੰਡੀ ਹੋਈ ਹੈ। ਉਨ੍ਹਾਂ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ, ਰਵਿਦਾਸ ਉਪਜਈ ਸਭ ਇੱਕ ਨੂਰ ਤੇ, ਬਾਮਣ ਮੁੱਲਾ ਸ਼ੇਖ, सबको करता एक है, सबको एक ही पेख। ਧਰਮ ਦੇ ਫੋਕੇ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਦਾ ਖੰਡਨ ਕਰਨ ਲਈ ਇਹ ਬਾਣੀ ਆਮ ਲੋਕਾਂ ਵਿੱਚ ਪ੍ਰਚਲਿਤ ਹੋਣ ਲੱਗੀ। ਗੁਰੂ ਜੀ ਦੀ ਉੱਚੀ ਸੁੱਚੀ ਬਾਣੀ ਸੁਣ ਕੇ ਆਮ ਲੋਕਾਂ ਨੂੰ ਗਿਆਨ ਹੋਣ ਲੱਗਾ ਤੇ ਉਹ ਮੁੱਲਾ ਮੌਲਾਣਿਆਂ ਤੇ ਪੰਡਤਾਂ ਤੋਂ ਬਾਗੀ ਹੋਣ ਲੱਗੇ। ਜਾਤ ਪਾਤ पूछे ना कोए, हर को भजे सो हर का होए, कह रविदास जो जपे नाम, तिस जात न जन्म न जूनी काम। ਇਹ ਸਭ ਦੇਖ ਕੇ ਧਰਮ ਦੇ ਠੇਕੇਦਾਰਾਂ ਦੀ ਰੋਜ਼ੀ ਰੋਟੀ ਖਤਰੇ ਵਿੱਚ ਪੈ ਗਈ ਤੇ ਉਹਨਾਂ ਨੇ ਏਕਾ ਕਰਕੇ ਸਿਕੰਦਰ ਲੋਧੀ ਦੇ ਪੀਰ ਸ਼ੇਖ ਤਕੀ ਕੋਲ ਗੁਰੂ ਜੀ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਰੱਬੀ ਗਿਆਨ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ ਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੇ ਧਰਮ ਖਤਰੇ ਵਿੱਚ ਪੈ ਜਾਣਗੇ। ਫਿਰ ਉਹਨਾਂ ਨੇ ਸ਼ੇਖ ਤਕੀ ਨੂੰ ਇੱਕ ਸੁਝਾਅ ਦਿੱਤਾ ਕਿ ਕਿਉਂ ਨਾ ਗੁਰੂ ਰਵਿਦਾਸ ਦਾ ਧਰਮ ਪਰਿਵਰਤਨ ਕਰਾ ਕੇ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਜੇ ਗੁਰੂ ਰਵਿਦਾਸ ਹੀ ਮੁਸਲਮਾਨ ਬਣ ਗਿਆ ਤਾਂ ਉਸ ਦੇ ਸਾਰੇ ਪੈਰੋਕਾਰ ਵੀ ਮੁਸਲਮਾਨ ਬਣ ਜਾਣਗੇ। ਸ਼ੇਖ ਤਕੀ ਨੇ ਸਿਕੰਦਰ ਲੋਧੀ ਕੋਲ ਜਾ ਕੇ ਸਾਰਾ ਮਸਲਾ ਬਿਆਨ ਕਰ ਦਿੱਤਾ। ਇਹ ਸਭ ਸੁਣ ਕੇ ਸਿਕੰਦਰ ਲੋਧੀ ਨੇ ਸੈਨਿਕਾਂ ਨੂੰ ਗੁਰੂ ਰਵਿਦਾਸ ਜੀ ਨੂੰ ਆਪਣੇ ਦਰਬਾਰ ਵਿੱਚ ਲਿਆਉਣ ਦਾ ਹੁਕਮ ਦਿੱਤਾ। ਜਦੋਂ ਗੁਰੂ ਰਵਿਦਾਸ ਜੀ ਦਰਬਾਰ ਵਿੱਚ ਆਏ ਤਾਂ ਸਿਕੰਦਰ ਲੋਧੀ ਨੇ ਉਹਨਾਂ ਨੂੰ ਆਪਣਾ ਧਰਮ ਪਰਿਵਰਤਨ ਕਰਨ ਲਈ ਜ਼ੋਰ ਪਾਇਆ। ਉਸਨੇ ਗੁਰੂ ਜੀ ਨੂੰ ਬਹੁਤ ਡਰਾਇਆ ਧਮਕਾਇਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਪਰ ਗੁਰੂ ਜੀ ਨੇ ਧਰਮ ਪਰਿਵਰਤਨ ਕਰਨਾ ਸਵੀਕਾਰ ਨਹੀਂ ਕੀਤਾ ਤੇ ਕਿਹਾ ਕਿ ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ,
रविदास पूजई उस राम को जेहे निरंतर प्रीत। ਇਹ ਸਭ ਦੇਖ ਕੇ ਬਾਦਸ਼ਾਹ ਸਿਕੰਦਰ ਲੋਧੀ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਤੇ ਗੁਰੂ ਜੀ ਨੂੰ ਹਾਥੀ ਅੱਗੇ ਸੁੱਟ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਲੋਕਾਂ ਦੀ ਭਰੀ ਭੀੜ ਵਿੱਚ ਗੁਰੂ ਰਵਿਦਾਸ ਜੀ ਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ। ਇਹ ਸਭ ਦੇਖ ਕੇ ਸੰਗਤ ਡਰ ਗਈ ਤੇ ਚਾਰੋਂ ਪਾਸੇ ਹਾਹਾਕਾਰ ਮਚ ਗਈ। ਇੱਕ ਪਾਸੇ ਖਤਰਨਾਕ ਮਸਤ ਹਾਥੀ ਝੂਮਦਾ ਹੋਇਆ ਗੁਰੂ ਜੀ ਵੱਲ ਵੱਧ ਰਿਹਾ ਸੀ, ਪਰ ਦੂਜੇ ਪਾਸੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਬਹੁਤ ਹੀ ਸ਼ਾਂਤ ਤੇ ਨਿਡਰ ਬੈਠੇ ਸਨ। ਜਦ ਹਾਥੀ ਗੁਰੂ ਜੀ ਦੇ ਬਹੁਤ ਕਰੀਬ ਆ ਗਿਆ ਤਾਂ ਉਹ ਅਚਾਨਕ ਰੁਕ ਗਿਆ ਤੇ ਉਹਨਾਂ ਅੱਗੇ ਆਪਣਾ ਸਿਰ ਝੁਕਾ ਦਿੱਤਾ। ਇਹ ਅਜੂਬਾ ਦੇਖ ਕੇ ਸਭ ਹੈਰਾਨ ਹੋ ਗਏ ਤੇ ਗੁਰੂ ਜੀ ਦੀ ਸੰਗਤ ਨੇ ਗੁਰੂ ਰਵਿਦਾਸ ਜੀ ਦੀ ਜੈ, ਗੁਰੂ ਰਵਿਦਾਸ ਜੀ ਦੀ ਜੈ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹ ਕਰਾਮਾਤ ਵੇਖ ਕੇ ਵੀ ਬਾਦਸ਼ਾਹ ਸਿਕੰਦਰ ਲੋਧੀ ਦਾ ਹੰਕਾਰ ਨਹੀਂ ਟੁੱਟਿਆ ਤੇ ਉਸਨੇ ਗੁਰੂ ਜੀ ਨੂੰ ਕਾਲ ਕੋਠੜੀ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਫਿਰ ਬਹੁਤ ਹੀ ਸਖਤ ਪਹਿਰੇ ਹੇਠ ਗੁਰੂ ਜੀ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ। ਪਰ ਸਭ ਇਹ ਦੇਖ ਕੇ ਹੈਰਾਨ ਹੋ ਗਏ ਕਿ ਗੁਰੂ ਜੀ ਤਾਂ ਆਰਾਮ ਨਾਲ ਬਾਗ ਵਿੱਚ ਟਹਿਲ ਰਹੇ ਸਨ। ਸੰਗਤ ਨੇ ਫੇਰ ਗੁਰੂ ਰਵਿਦਾਸ ਜੀ ਦੀ ਜੈ, ਗੁਰੂ ਰਵਿਦਾਸ ਜੀ ਦੀ ਜੈ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸੁਣ ਕੇ ਬਾਦਸ਼ਾਹ ਸਿਕੰਦਰ ਲੋਧੀ ਵੀ ਬਹੁਤ ਹੈਰਾਨ ਤੇ ਪਰੇਸ਼ਾਨ ਹੋ ਗਿਆ। ਉਹ ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਉਸ ਕਾਲ ਕੋਠੜੀ ਵਿੱਚ ਇੰਨਾ ਸਖਤ ਪਹਿਰਾ ਸੀ ਕਿ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ। ਪਰ ਗੁਰੂ ਜੀ ਉਸ ਵਿੱਚੋਂ ਕਿਵੇਂ ਬਾਹਰ ਆ ਗਏ? ਤਾਂ ਗੁਰੂ ਜੀ ਨੇ ਉਚਾਰਿਆ, हे राजन, तीन लोक से भिन्न है परम पुरुष का वास, जहां किसी को गम नहीं तहां रहे रविदास। ਦੂਜੇ ਦਿਨ ਬਾਦਸ਼ਾਹ ਨੇ ਫੇਰ ਗੁਰੂ ਜੀ ਨੂੰ ਦਰਬਾਰ ਵਿੱਚ ਬੁਲਾਇਆ ਤੇ ਕਿਹਾ ਕਿ ਤੁਸੀਂ ਸ਼ਾਹੀ ਹੁਕਮ ਦੀ ਨਾਫਰਮਾਨੀ ਕੀਤੀ ਹੈ ਤੇ ਮੁਸਲਮਾਨ ਧਰਮ ਦਾ ਪ੍ਰਚਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਧਰਮ ਦੇ ਹਿੱਤ ਲਈ ਤੁਹਾਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਹ ਸੁਣ ਕੇ ਗੁਰੂ ਜੀ ਨੇ ਸਿਕੰਦਰ ਲੋਧੀ ਨੂੰ ਕਿਹਾ, रविदास जीव को मारकर कैसो मिले खुदाई, पीर पैगंबर औलिया को न कही समझाई। ਭਾਵ, हे ਰਾਜਨ, ਆਪਣੇ ਹਮਲੇ ਵਿੱਚ ਕਿੰਨੇ ਹੀ ਨਿਰਦੋਸ਼ ਆਦਮੀਆਂ, ਔਰਤਾਂ ਤੇ ਬੱਚਿਆਂ ਨੂੰ ਤੂੰ ਬੇਮੌਤ ਮਾਰਿਆ ਹੈ। ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਮਾਰ ਕੇ ਤੁਸੀਂ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਕੋਈ ਨੇਕ ਕੰਮ ਕੀਤਾ? ਪਰ ਪਰਮਾਤਮਾ ਨੇ ਉਹਨਾਂ ਨੂੰ ਕਿਤੇ ਹੋਰ ਜਨਮ ਦੇ ਕੇ ਆਪਣਾ ਰੁਤਬਾ ਵਧਾ ਲਿਆ। ਪਰ ਤੁਸੀਂ ਇਨਸਾਨੀਅਤ ਦੇ ਦੁਸ਼ਮਣ ਬਣ ਗਏ। हे राजन, दया धर्म सबसे बड़ा, जे नर जाने कोय, रविदास कहे मानव धर्म ही अंत सहाई होए। ਗੁਰੂ ਜੀ ਦੇ ਬਚਨ ਸੁਣ ਕੇ ਸਿਕੰਦਰ ਲੋਧੀ ਭੈਭੀਤ ਹੋ ਗਿਆ। ਉਸ ਦੇ ਕੰਨਾਂ ਵਿੱਚ ਗੁਰੂ ਜੀ ਦੇ ਸੱਚੇ ਬਚਨ ਗੂੰਜ ਰਹੇ ਸਨ ਤੇ ਗੁਰੂ ਜੀ ਦੇ ਚਿਹਰੇ ਦਾ ਬੇਖੌਫ ਜਲਾਲ ਦੇਖ ਕੇ ਤਖਤ ਤੇ ਬੈਠਾ ਸਿਕੰਦਰ ਲੋਧੀ ਕੰਬ ਗਿਆ। ਉਸ ਨੂੰ ਲੱਗਾ ਜਿਵੇਂ ਦਇਆ ਦੇ ਸਾਗਰ ਪਰਮ ਪਿਤਾ ਪਰਮੇਸ਼ਵਰ ਖੁਦਾਬੰਦ ਕਰੀਮ ਆਪ ਉਸ ਦੇ ਸਾਹਮਣੇ ਗੁਰੂ ਰਵਿਦਾਸ ਜੀ ਦੇ ਰੂਪ ਵਿੱਚ ਖੜੇ ਹੋਣ। ਗੁਰੂ ਜੀ ਦੇ ਚਿਹਰੇ ਤੇ 16 ਸੂਰਜਾਂ ਬਰਾਬਰ ਨੂਰ ਸੀ ਜੋ ਸਿਕੰਦਰ ਲੋਧੀ ਤੋਂ ਝੱਲਿਆ ਨਾ ਗਿਆ ਤੇ ਉਸ ਦੀਆਂ ਅੱਖਾਂ ਝੁੰਦਿਆ ਗਈਆਂ। ਸਾਰਾ ਦਰਬਾਰ ਗੁਰੂ ਰਵਿਦਾਸ ਜੀ ਦੀ ਜੈ, ਗੁਰੂ ਰਵਿਦਾਸ ਜੀ ਦੀ ਜੈ ਦੇ ਜਕਾਰਿਆਂ ਨਾਲ ਗੂੰਜ ਉੱਠਿਆ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਇਹ ਕੌਤਕ ਦੇਖ ਕੇ ਡਰਿਆ ਦਹਿਲਿਆ ਬਾਦਸ਼ਾਹ ਸਿਕੰਦਰ ਲੋਧੀ ਆਪਣਾ ਤਖਤ ਛੱਡ ਕੇ
ਗਲ ਵਿੱਚ ਪੱਲਾ ਪਾ ਕੇ ਨਿਮਾਣਿਆਂ ਦੀ ਤਰ੍ਹਾਂ ਗੁਰੂ ਜੀ ਦੇ ਚਰਨਾਂ 'ਚ ਢਹਿ ਢੇਰੀ ਹੋ ਗਿਆ। ਸਿਕੰਦਰ ਲੋਧੀ ਹੱਥ ਜੋੜਦਾ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੋਇਆ ਖਿਮਾ ਯਾਚਨਾ ਕਰਨ ਲੱਗਾ। ਫਿਰ ਉਸਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਸਿੰਘਾਸਨ ਤੇ ਬਿਰਾਜਮਾਨ ਕੀਤਾ ਤੇ ਸੋਨੇ ਦੀ ਪਰਾਤ ਵਿੱਚ ਗੁਰੂ ਜੀ ਦੇ ਚਰਨ ਧੋ ਕੇ ਚਰਨਾਮ੍ਰਿਤ ਪੀਤਾ ਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ। ਜਾਕੀ ਛੋਤ ਜਗਤ ਕੋ ਲਾਗੇ, ਤਾ ਪਰ ਤੂ ਹੀ ਟਰੈ। ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੇ ਤੇ ਨਾ ਡਰੈ। ਇਹ ਇਤਿਹਾਸਿਕ ਵਾਕਿਆ 5 ਅਪ੍ਰੈਲ 1509 ਦਰਬਾਰ ਦਿੱਲੀ ਦਾ ਹੈ, ਜਦੋਂ ਲੱਖਾਂ ਲੋਕਾਂ ਦੇ ਇਕੱਠ ਵਿੱਚ ਗੁਰੂ ਜੀ ਦੀ ਜੈ ਜੈਕਾਰ ਹੋਈ। ਇਸ ਮੌਕੇ ਬਾਦਸ਼ਾਹ ਸਿਕੰਦਰ ਲੋਧੀ ਨੇ ਗੁਰੂ ਜੀ ਦੇ ਆਸ਼ਰਮ ਵਾਸਤੇ 700 ਕਨਾਲ ਜ਼ਮੀਨ ਭੇਂਟ ਕੀਤੀ। ਇਸ ਆਸ਼ਰਮ ਵਿੱਚ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ, ਸਤਸੰਗ ਸੁਣਦੀਆਂ ਤੇ ਦਿਨ ਰਾਤ ਲੰਗਰ ਭੰਡਾਰੇ ਚੱਲਦੇ ਰਹਿੰਦੇ। ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਆਸ਼ਰਮ ਦੀ ਮਾਲਕੀ ਅੱਜ ਵੀ ਮਾਲ ਵਿਭਾਗ ਵਿੱਚ ਗੁਰੂ ਜੀ ਦੇ ਨਾਮ ਤੇ ਦਰਜ ਹੈ। ਇਸ ਲਿਖਤ ਦਾ ਜ਼ਿਕਰ ਰਾਜੇ ਸਿਕੰਦਰ ਲੋਧੀ ਦੀ ਸਵੈ ਜੀਵਨੀ ਵਿੱਚ ਦਰਜ ਹੈ, ਜੋ ਕਿ ਪਾਰਸੀ ਭਾਸ਼ਾ ਵਿੱਚ ਹੈ ਤੇ ਇਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਵੀ ਮਿਲਦਾ ਹੈ। 1509 ਤੋਂ 1517 ਤੱਕ ਸਿਕੰਦਰ ਲੋਧੀ ਦੇ ਰਾਜ ਭਾਗ ਦਾ ਸਾਰਾ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਧਾਨ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤਹਿ ਠਾਓ ਨੂੰ ਆਧਾਰ ਮੰਨ ਕੇ ਚਲਾਇਆ ਗਿਆ, ਜੋ ਕਿ ਇੱਕ ਮਿਸਾਲੀ ਰਾਜ ਭਾਗ ਮੰਨਿਆ ਗਿਆ। ਸਾਰੀ ਪ੍ਰਜਾ ਖੁਸ਼ੀ-ਖੁਸ਼ੀ ਗੁਰੂ ਜੀ ਦਾ ਸ਼ੁਕਰਾਨਾ ਕਰਨ ਲੱਗੀ, ਜਿਨ੍ਹਾਂ ਦੀ ਕਿਰਪਾ ਸਦਕਾ ਜ਼ਾਲਿਮ ਰਾਜਾ ਦਿਆਲਤਾ ਦੀ ਮਿਸਾਲ ਬਣ ਗਿਆ ਤੇ ਪ੍ਰਜਾ ਸੁਖ ਦੀ ਜ਼ਿੰਦਗੀ ਜਿਉਣ ਲੱਗੀ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ, ਰਵਿਦਾਸ ਰਹੇ ਪ੍ਰਸੰਨ। ਗੁਰੂਆਂ, ਪੀਰਾਂ, ਪੈਗੰਬਰਾਂ ਦੀ ਸਾਖੀ ਲਈ, ਜੀਵਨੀਆਂ ਬਾਰੇ ਜਾਣਨ ਲਈ ਸਾਡੇ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ। ਜੀ ਪਿਕਸਲ ਸਟੂਡੀਓਜ਼।